ਸਾਰੇ ਨੰਨੇ ਦੋਸਤਾਂ ਅਤੇ ਸੁਪਨੇ ਦੇਖਣ ਵਾਲਿਆਂ ਦਾ ਅੱਜ ਰਾਤ ਦੀ ਇਸ ਪਿਆਰੀ ਜਿਹੀ ਜਾਦੂਈ ਕਹਾਣੀ ਵਿੱਚ ਸਵਾਗਤ ਹੈ। ਆਓ ਰਜਾਈ ਵਿੱਚ ਆਰਾਮ ਨਾਲ ਬੈਠ ਜਾਈਏ ਅਤੇ ਮਿਲ ਕੇ ਅਲਾਦੀਨ ਅਤੇ ਜਾਦੂਈ ਚਿਰਾਗ ਦੇ ਪੰਨੇ ਪਲਟੀਏ। ਇਹ ਇੱਕ ਅਜਿਹਾ ਸਫ਼ਰ ਹੈ ਜਿੱਥੇ ਆਪਾਂ ਦੇਖਾਂਗੇ ਕਿ ਕਿਵੇਂ ਛੋਟੇ-ਛੋਟੇ ਕਦਮ ਬਹੁਤ ਵੱਡੇ ਸਾਹਸ ਵੱਲ ਲੈ ਜਾਂਦੇ ਨੇ। ਬਸ ਅੱਖਾਂ ਬੰਦ ਕਰੋ ਕਿਉਂਕਿ ਇੱਕ ਬਹੁਤ ਹੀ ਖਾਸ ਕਹਾਣੀ ਸ਼ੁਰੂ ਹੋਣ ਵਾਲੀ ਹੈ। ਸਾਡੀ ਕਹਾਣੀ ਸ਼ੁਰੂ ਹੁੰਦੀ ਹੈ ਪੂਰਬ ਦੀਆਂ ਬਿਲਕੁਲ ਰਹੱਸਮਈ ਜ਼ਮੀਨਾਂ ਤੋਂ। ਜ਼ਰਾ ਸੋਚੋ, ਤੇਜ਼ ਹਵਾਵਾਂ ਸ਼ੋਰ ਮਚਾ ਰਹੀਆਂ ਨੇ, ਅਸਮਾਨ ਅਚਾਨਕ ਕਾਲਾ ਹੋ ਗਿਆ ਅਤੇ ਇੱਕ ਬਹੁਤ ਹੀ ਵੱਡਾ ਰੇਤ ਦਾ ਤੂਫਾਨ ਆ ਗਿਆ। ਬਿਲਕੁਲ ਉਸੇ ਡਰਾਉਣੀ ਅਤੇ ਰਹੱਸਮਈ ਰਾਤ ਨੂੰ ਇੱਕ ਬੱਚੇ ਦਾ ਜਨਮ ਹੋਇਆ। ਇੱਕ ਅਜਿਹਾ ਬੱਚਾ ਜਿਸ ਦੀ ਕਿਸਮਤ ਵਿੱਚ ਬਹੁਤ ਵੱਡੇ ਚਮਤਕਾਰ ਲਿਖੇ ਹੋਏ ਸਨ ਅਤੇ ਉਸ ਬੱਚੇ ਦਾ ਨਾਮ ਸੀ ਅਲਾਦੀਨ। ਹੁਣ ਮਜ਼ੇਦਾਰ ਗੱਲ ਇਹ ਹੈ ਕਿ ਦੋ ਬੱਚੇ ਇੱਕੋ ਦਿਨ ਪੈਦਾ ਹੋਏ, ਪਰ ਉਨ੍ਹਾਂ ਦੀਆਂ ਦੁਨੀਆ ਇੱਕ ਦੂਜੇ ਤੋਂ ਬਿਲਕੁਲ ਵੱਖਰੀਆਂ ਸੀ। ਅਲਾਦੀਨ ਗਰੀਬੀ ਵਿੱਚ ਵੱਡਾ ਹੋਇਆ, ਹਮੇਸ਼ਾ ਭੀੜ ਵਾਲੇ ਬਾਜ਼ਾਰ ਵਿੱਚ ਸਖਤ ਮਿਹਨਤ ਕਰਦਾ ਰਹਿੰਦਾ। ਪਰ ਦੂਜੇ ਪਾਸੇ ਰਾਜਕੁਮਾਰੀ ਯਾਸਮੀਨ ਇੱਕ ਬਹੁਤ ਹੀ ਸ਼ਾਨਦਾਰ ਮਹਿਲ ਵਿੱਚ ਰਹਿੰਦੀ ਸੀ। ਭਾਵੇਂ ਉਸ ਕੋਲ ਸਭ ਕੁਝ ਸੀ, ਪਰ ਉਹ ਅੰਦਰੋਂ ਬਹੁਤ ਇਕੱਲੀ ਸੀ। ਉਸ ਦਾ ਸਿਰਫ ਇੱਕੋ ਇੱਕ ਦੋਸਤ ਸੀ, ਇੱਕ ਛੋਟਾ ਜਿਹਾ ਚਮਕਦਾਰ ਪੰਛੀ। ਪਰ ਕਿਸਮਤ ਨੇ ਇਹਨਾਂ ਦੋਵਾਂ ਨੂੰ ਬਹੁਤ ਜਲਦੀ ਮਿਲਾਉਣਾ ਸੀ। ਅਤੇ ਫਿਰ ਆਉਂਦਾ ਹੈ ਸਾਡੀ ਕਹਾਣੀ ਦਾ ਅਗਲਾ ਹਿੱਸਾ, ਇੱਕ ਹਨੇਰਾ ਅਤੇ ਜਾਦੂਈ ਖੂਹ। ਇੱਕ ਅਜੀਬ ਜਿਹੀ ਸਵੇਰ ਨੂੰ ਇੱਕ ਬਹੁਤ ਹੀ ਘਬਰਾਇਆ ਹੋਇਆ ਆਦਮੀ ਇੱਕ ਪੁਰਾਣੇ ਖੂਹ ਕੋਲ ਖੜਾ ਸੀ। ਉਸਨੇ ਅਲਾਦੀਨ ਨੂੰ ਦੇਖਿਆ ਤੇ ਆਵਾਜ਼ ਮਾਰ ਕੇ ਕਿਹਾ, ਜੇ ਮੇਰੀ ਮਦਦ ਕਰੋਗੇ ਤਾਂ ਮੈਂ ਸੋਨੇ ਨਾਲ ਭਰੀ ਹੋਈ ਇੱਕ ਪੂਰੀ ਬੋਰੀ ਦੇਵਾਂਗਾ। ਸਾਡੇ ਬਹਾਦਰ ਅਲਾਦੀਨ ਨੇ ਸੋਚਿਆ ਕਿ ਜੇ ਉਹ ਮਦਦ ਕਰੇਗਾ ਤਾਂ ਉਸਦੀ ਮਾਂ ਨੂੰ ਹੋਰ ਮਿਹਨਤ ਨਹੀਂ ਕਰਨੀ ਪਏਗੀ, ਇਸ ਲਈ ਉਸਨੇ ਹਾਂ ਕਰ ਦਿੱਤੀ। ਬਸ ਫਿਰ ਕੀ ਸੀ, ਇਸਨੇ ਆਪਣਾ ਬਹਾਦਰੀ ਵਾਲਾ ਸਫ਼ਰ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਇੱਕ ਮੋਟੀ ਰੱਸੀ ਉਸਦੇ ਲੱਕ ਨਾਲ ਬੰਨ੍ਹੀ ਗਈ। ਫਿਰ ਉਹ ਹੌਲੀ-ਹੌਲੀ ਉਸ ਖੂਬ ਹਨੇਰੇ ਖੂਹ ਵਿੱਚ ਹੇਠਾਂ ਉਤਰਿਆ। ਦਿਲ ਦੀ ਧੜਕਨ ਤੇਜ਼ ਹੋ ਰਹੀ ਸੀ, ਧੱਕ-ਧੱਕ। ਉਸ ਹਨੇਰੇ ਵਿੱਚ ਉਸਨੇ ਇੱਕ ਮਾਚਿਸ ਦੀ ਤੀਲੀ ਜਗਾਈ ਅਤੇ ਰੋਸ਼ਨੀ ਹੁੰਦੇ ਹੀ ਵਾਓ, ਆਲੇ-ਦੁਆਲੇ ਚਮਕਦੇ ਹੋਏ ਹੀਰੇ ਅਤੇ ਲਾਲ ਮਣੀ ਸਨ ਅਤੇ ਬਿਲਕੁਲ ਸਾਹਮਣੇ ਪਿਆ ਸੀ ਇੱਕ ਧੂੜ ਨਾਲ ਭਰਿਆ ਪੁਰਾਣਾ ਚਿਰਾਗ। ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ, ਸਗੋਂ ਚੀਜ਼ਾਂ ਅਚਾਨਕ ਵਿਗੜ ਗਈਆਂ। ਉਸ ਅਜਨਬੀ ਆਦਮੀ ਨੇ ਅਲਾਦੀਨ ਨੂੰ ਧੋਖਾ ਦਿੱਤਾ। ਜਿਵੇਂ ਹੀ ਅਲਾਦੀਨ ਨੇ ਚਿਰਾਗ ਫੜਾਇਆ, ਉਸਨੇ ਰੱਸੀ ਛੱਡ ਦਿੱਤੀ ਅਤੇ ਅਲਾਦੀਨ ਨੂੰ ਉਸ ਠੰਡੇ ਤੇ ਡਰਾਉਣੇ ਹਨੇਰੇ ਵਿੱਚ ਫਸਾ ਦਿੱਤਾ। ਜਦੋਂ ਲੱਗਣ ਲੱਗਿਆ ਕਿ ਬਸ ਸਭ ਖਤਮ ਹੈ, ਤਾਂ ਅਚਾਨਕ ਉਸਦੀ ਉਂਗਲੀ ਵਿੱਚ ਪਾਈ ਇੱਕ ਰਹੱਸਮਈ ਅੰਗੂਠੀ ਵਿੱਚੋਂ ਇੱਕ ਛੋਟੀ ਜਿਹੀ ਰੋਸ਼ਨੀ ਚਮਕਣ ਲੱਗੀ। ਇਸ ਜਾਦੂ ਨੂੰ ਸਮਝਣ ਲਈ ਅੱਗੇ ਵਧਦੇ ਹਾਂ ਸਾਡੇ ਅਗਲੇ ਹਿੱਸੇ ਵੱਲ, ਅੰਗੂਠੀ ਅਤੇ ਚਿਰਾਗ ਦੇ ਜਿੰਨ। ਆਪਾਂ ਨੂੰ ਲੱਗਦਾ ਹੈ ਕਿ ਜਾਦੂ ਸਿਰਫ ਇੱਕ ਹੈ, ਪਰ ਇਸ ਕਹਾਣੀ ਵਿੱਚ ਜਾਦੂ ਦੋ ਬਹੁਤ ਹੀ ਪਿਆਰੇ ਦੋਸਤਾਂ ਤੋਂ ਆਉਂਦਾ ਹੈ। ਇੱਕ ਪਾਸੇ ਹੈ ਅੰਗੂਠੀ ਦਾ ਦੈਂਤ, ਜੋ ਹਨੇਰੇ ਨੂੰ ਰੋਸ਼ਨ ਕਰਦਾ ਹੈ ਅਤੇ ਸਿਰਫ 3 ਇੱਛਾਵਾਂ ਪੂਰੀਆਂ ਕਰਦਾ ਹੈ। ਇਸੇ ਨੇ ਹੀ ਅਲਾਦੀਨ ਨੂੰ ਖੂਹ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਸੀ। ਦੂਜੇ ਪਾਸੇ ਇੱਕ ਬਹੁਤ ਹੀ ਸ਼ਕਤੀਸ਼ਾਲੀ ਨੀਲਾ ਜਿੰਨ ਹੈ, ਜੋ ਚਿਰਾਗ ਵਿੱਚੋਂ ਉਦੋਂ ਨਿਕਲਿਆ ਜਦੋਂ ਅਲਾਦੀਨ ਦੀ ਮਾਂ ਨੇ ਉਸ ਨੂੰ ਕੱਪੜੇ ਨਾਲ ਸਾਫ਼ ਕੀਤਾ। ਇਹ ਜਿੰਨ ਹਮੇਸ਼ਾ ਲਈ ਸੇਵਾ ਕਰਦਾ ਹੈ। ਇਸ ਨੀਲੇ ਜਿੰਨ ਨੇ ਤਾਂ ਅਲਾਦੀਨ ਅਤੇ ਉਸਦੀ ਪੂਰੀ ਜ਼ਿੰਦਗੀ ਹੀ ਬਦਲ ਦਿੱਤੀ, ਬਿਲਕੁਲ ਖੁਸ਼ੀਆਂ ਨਾਲ ਭਰ ਦਿੱਤੀ। ਸੋਚੋ, ਹਰ ਤਰ੍ਹਾਂ ਦੇ ਸਵਾਦੀ ਖਾਣੇ ਵਾਲੀ ਇੱਕ ਸ਼ਾਨਦਾਰ ਦਾਵਤ ਮਿਲ ਗਈ। ਉਹ ਆਪਣੇ ਪੁਰਾਣੇ ਘਰ ਤੋਂ ਇੱਕ ਬਹੁਤ ਹੀ ਵੱਡੇ ਅਤੇ ਖੂਬਸੂਰਤ ਮਹਿਲ ਵਿੱਚ ਰਹਿਣ ਚਲੇ ਗਏ। ਅਤੇ ਸਭ ਤੋਂ ਖਾਸ ਗੱਲ, ਇਹੀ ਸਭ ਕੁਝ ਅਲਾਦੀਨ ਨੂੰ ਬਾਜ਼ਾਰ ਵਿੱਚ ਰਾਜਕੁਮਾਰੀ ਯਾਸਮੀਨ ਤੱਕ ਲੈ ਗਿਆ, ਜਿੱਥੇ ਉਹਨਾਂ ਦੀ ਪਹਿਲੀ ਮੁਲਾਕਾਤ ਹੋਈ। ਪਰ ਰਾਜਕੁਮਾਰੀ ਨੂੰ ਜਿੱਤਣਾ ਇੰਨਾ ਸੌਖਾ ਨਹੀਂ ਸੀ। ਯਾਸਮੀਨ ਦਾ ਹੱਥ ਮੰਗਣ ਲਈ ਸੁਲਤਾਨ ਨੇ ਇੱਕ ਬਹੁਤ ਹੀ ਵੱਡੀ ਸ਼ਰਤ ਰੱਖੀ, ਪੂਰੇ 40। ਹਾਂ, 40। ਅਲਾਦੀਨ ਨੇ ਬਿਨਾਂ ਘਬਰਾਏ ਆਪਣੇ ਨੀਲੇ ਜਿੰਨ ਨੂੰ ਬੁਲਾਇਆ। ਜਿੰਨ ਨੇ ਬਸ ਚੁਟਕੀ ਵਜਾਈ ਅਤੇ ਸੈਕਿੰਡਾਂ ਵਿੱਚ 40 ਸੈਨਿਕ ਲਿਆ ਕੇ ਖੜੇ ਕਰ ਦਿੱਤੇ, ਜਿਨ੍ਹਾਂ ਸਾਰਿਆਂ ਕੋਲ ਸੋਨੇ ਨਾਲ ਭਰੇ ਹੋਏ ਸੰਦੂਕ ਸਨ। ਇੰਨੀ ਸਾਰੀ ਦੌਲਤ ਦੇਖ ਕੇ ਸੁਲਤਾਨ ਹੈਰਾਨ ਰਹਿ ਗਿਆ ਅਤੇ ਉਸਨੇ ਖੁਸ਼ੀ-ਖੁਸ਼ੀ ਵਿਆਹ ਲਈ ਹਾਂ ਕਰ ਦਿੱਤੀ। ਸਭ ਕੁਝ ਵਧੀਆ ਚੱਲ ਰਿਹਾ ਸੀ, ਪਰ ਫਿਰ ਦੁਸ਼ਟ ਆਦਮੀ ਦੀ ਵਾਪਸੀ ਹੁੰਦੀ ਹੈ। ਇੱਕ ਦਿਨ ਜਦੋਂ ਅਲਾਦੀਨ ਘਰ ਨਹੀਂ ਸੀ, ਬਾਹਰੋਂ ਇੱਕ ਅਜੀਬ ਜਿਹੀ ਆਵਾਜ਼ ਆਈ, ਪੁਰਾਣੀਆਂ ਚੀਜ਼ਾਂ ਦਿਓ ਅਤੇ ਨਵੀਆਂ ਚੀਜ਼ਾਂ ਲਓ। ਅਸਲ ਵਿੱਚ ਇਹ ਉਹੀ ਦੁਸ਼ਟ ਆਦਮੀ ਸੀ ਜੋ ਇੱਕ ਵਪਾਰੀ ਦਾ ਭੇਸ ਬਣਾ ਕੇ ਆਇਆ ਸੀ। ਮਾਸੂਮ ਯਾਸਮੀਨ ਨੂੰ ਚਿਰਾਗ ਦੇ ਜਾਦੂ ਬਾਰੇ ਬਿਲਕੁਲ ਨਹੀਂ ਪਤਾ ਸੀ। ਉਸਨੇ ਸੋਚਿਆ ਕਿ ਪੁਰਾਣਾ ਚਿਰਾਗ ਦੇ ਕੇ ਨਵਾਂ ਚਮਕਦਾਰ ਚਿਰਾਗ ਲੈ ਲੈਂਦੀ ਹਾਂ, ਅਤੇ ਉਸਨੇ ਉਹ ਜਾਦੂਈ ਚਿਰਾਗ ਉਸ ਦੁਸ਼ਟ ਆਦਮੀ ਦੇ ਹੱਥ ਵਿੱਚ ਫੜਾ ਦਿੱਤਾ। ਇਹ ਇੱਕ ਬਹੁਤ ਹੀ ਵੱਡੀ ਗਲਤੀ ਸੀ। ਉਸ ਦੁਸ਼ਟ ਆਦਮੀ ਨੇ ਚਿਰਾਗ ਰਗੜਿਆ ਅਤੇ ਨੀਲੇ ਜਿੰਨ ਨੂੰ ਹੁਕਮ ਦਿੱਤਾ ਕਿ
ਪੂਰੇ ਦੇ ਪੂਰੇ ਮਹਿਲ ਨੂੰ ਅਤੇ ਨਾਲ ਹੀ ਰਾਜਕੁਮਾਰੀ ਯਾਸਮੀਨ ਨੂੰ ਰੇਗਿਸਤਾਨ ਦੀਆਂ ਗੁਆਚੀਆਂ ਜ਼ਮੀਨਾਂ ਵਿੱਚ ਬਹੁਤ ਦੂਰ ਲੈ ਜਾਵੇ। ਜ਼ਰਾ ਸੋਚੋ, ਅਲਾਦੀਨ ਦੀ ਹਾਲਤ। ਜਦੋਂ ਉਹ ਵਾਪਸ ਆਇਆ, ਉਸ ਦਾ ਸੁੰਦਰ ਮਹਿਲ ਅਤੇ ਉਸ ਦੀ ਪਿਆਰੀ ਰਾਜਕੁਮਾਰੀ ਦੋਵੇਂ ਉੱਥੋਂ ਪੂਰੀ ਤਰ੍ਹਾਂ ਗਾਇਬ ਹੋ ਚੁੱਕੇ ਸੀ। ਹੁਣ ਵਾਰੀ ਸੀ ਇੱਕ ਜਾਦੂਈ ਕਾਲੀਨ ਰਾਹੀਂ ਬਚਾਓ ਕਰਨ ਦੀ। ਸਾਡੇ ਬਹਾਦਰ ਅਲਾਦੀਨ ਨੇ ਬਿਲਕੁਲ ਹਿੰਮਤ ਨਹੀਂ ਹਾਰੀ। ਆਪਾਂ ਦੇਖੀਏ ਤਾਂ ਸਵੇਰੇ ਯਾਸਮੀਨ ਤੋਂ ਚਿਰਾਗ ਘੁਸ ਗਿਆ ਸੀ ਅਤੇ ਦੁਪਹਿਰ ਤੱਕ ਮਹਿਲ ਗਾਇਬ ਹੋ ਗਿਆ। ਪਰ ਸ਼ਾਮ ਹੁੰਦਿਆਂ ਹੀ ਅਲਾਦੀਨ ਨੂੰ ਆਪਣੀ ਜਾਦੂਈ ਅੰਗੂਠੀ ਯਾਦ ਆਈ। ਉਸਨੇ ਅੰਗੂਠੀ ਵਰਤੀ ਅਤੇ ਰਾਤ ਦੇ ਹਨੇਰੇ ਵਿੱਚ ਇੱਕ ਜਾਦੂਈ ਉੜਦਾ ਹੋਇਆ ਕਾਲੀਨ ਉਸਦੀ ਮਦਦ ਲਈ ਆ ਗਿਆ। ਅਲਾਦੀਨ ਉਸ ਕਾਲੀਨ ਤੇ ਬੈਠਾ ਅਤੇ ਤਾਰਿਆਂ ਭਰੇ ਅਸਮਾਨ ਵਿੱਚੋਂ ਉੜਦਾ ਹੋਇਆ ਰੇਗਿਸਤਾਨ ਦੇ ਉਸ ਦੂਰ ਦੁਰਾੜੇ ਕੋਨੇ ਤੱਕ ਪਹੁੰਚ ਗਿਆ। ਉੱਥੇ ਪਹੁੰਚ ਕੇ ਅੰਗੂਠੀ ਦਾ ਦੈਂਤ ਪ੍ਰਗਟ ਹੋਇਆ ਅਤੇ ਉਸਨੇ ਇੱਕ ਬਹੁਤ ਹੀ ਗੰਭੀਰ ਚੇਤਾਵਨੀ ਦਿੱਤੀ, ਜੋ ਚਾਹੁੰਦੇ ਹੋ ਮੰਗ ਲਵੋ, ਪਰ ਯਾਦ ਰੱਖਿਓ ਇਹ ਤੁਹਾਡੀ ਆਖਰੀ ਇੱਛਾ ਹੋਵੇਗੀ। ਸਿਰਫ ਇੱਕ ਆਖਰੀ ਮੌਕਾ। ਅਲਾਦੀਨ ਕੋਲ ਸਭ ਕੁਝ ਠੀਕ ਕਰਨ ਦਾ ਸਿਰਫ ਇੱਕ ਹੀ ਮੌਕਾ ਸੀ। ਆਪਾਂ ਸੋਚ ਵੀ ਨਹੀਂ ਸਕਦੇ ਕਿ ਉਹ ਕੀ ਮੰਗਣ ਵਾਲਾ ਸੀ। ਅਤੇ ਅਲਾਦੀਨ ਨੇ ਬਹੁਤ ਹੀ ਸਮਝਦਾਰੀ ਦਿਖਾਈ। ਦੈਂਤ ਨੇ ਬਸ ਜ਼ੋਰ ਦੀ ਤਾੜੀ ਵਜਾਈ ਔਰ ਉਹ ਖਤਰਨਾਕ ਦੁਸ਼ਟ ਆਦਮੀ ਤੁਰੰਤ ਇੱਕ ਛੋਟੇ ਜਿਹੇ ਪਿਆਰੇ ਜਿਹੇ ਪੰਛੀ ਵਿੱਚ ਬਦਲ ਗਿਆ। ਉਹ ਫੜਫੜਾਉਂਦਾ ਹੋਇਆ ਮਹਿਲ ਦੀ ਖਿੜਕੀ ਵਿੱਚੋਂ ਬਾਹਰ ਉੱਡ ਗਿਆ, ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ। ਅਲਾਦੀਨ ਔਰ ਯਾਸਮੀਨ ਆਖਿਰਕਾਰ ਸੁਰੱਖਿਅਤ ਹੋ ਗਏ ਔਰ ਉਨ੍ਹਾਂ ਨੇ ਖੁਸ਼ੀ-ਖੁਸ਼ੀ ਇੱਕ ਦੂਜੇ ਨੂੰ ਗਲੇ ਲਗਾ ਲਿਆ। ਹੁਣ ਜਦੋਂ ਸਭ ਕੁਝ ਠੀਕ ਹੋ ਗਿਆ ਸੀ ਤਾਂ ਨੀਲੇ ਜਿੰਨ ਨੇ ਪੂਰੇ ਦੇ ਪੂਰੇ ਮਹਿਲ ਨੂੰ ਬੜੇ ਪਿਆਰ ਅਤੇ ਨਰਮਾਈ ਨਾਲ ਹਵਾ ਵਿੱਚ ਚੁੱਕ ਲਿਆ। ਇਹ ਮਹਿਲ ਰਾਤ ਦੇ ਅਸਮਾਨ ਵਿੱਚ ਕਿਸੇ ਬੱਦਲ ਵਾਂਗ ਤੈਰਦਾ ਹੋਇਆ ਬਹੁਤ ਹੀ ਸ਼ਾਂਤੀ ਨਾਲ ਵਾਪਸ ਪੂਰਬ ਵਿੱਚ ਆਪਣੇ ਅਸਲੀ ਘਰ ਪਰਤ ਆਇਆ, ਬਿਲਕੁਲ ਇੱਕ ਜਾਦੂ ਵਾਂਗ। ਅਤੇ ਫਿਰ ਉਹ ਸਾਰੇ ਹਮੇਸ਼ਾ ਲਈ ਖੁਸ਼ੀ-ਖੁਸ਼ੀ ਰਹਿਣ ਲੱਗੇ। ਜਿਵੇਂ ਮਹਿਲ ਪੂਰਬੀ ਅਸਮਾਨ ਦੇ ਹੇਠਾਂ ਸੁਰੱਖਿਅਤ ਵਾਪਸ ਆ ਰਿਹਾ ਹੈ। ਜ਼ਰਾ ਸੋਚੋ, ਅੱਜ ਰਾਤ ਸਾਡੇ ਸੁਪਨੇ ਸਾਨੂੰ ਕਿਹੜੇ ਨਵੇਂ ਜਾਦੂਈ ਸਾਹਸ ਤੇ ਲੈ ਕੇ ਜਾਣਗੇ। ਹੈ ਨਾ ਕਮਾਲ ਦੀ ਗੱਲ। ਸਾਡੇ ਅੱਜ ਦੀ ਕਹਾਣੀ ਵਿੱਚ ਬਸ ਇੰਨਾ ਹੀ। ਸਾਰੇ ਨੰਨੇ ਸੁਪਨੇ ਦੇਖਣ ਵਾਲਿਆਂ ਨੂੰ ਬਹੁਤ ਹੀ ਮਿੱਠੀ, ਪਿਆਰੀ ਅਤੇ ਸ਼ਾਂਤ ਨੀਂਦ ਮੁਬਾਰਕ। ਸ਼ੁਭ ਰਾਤ।